बच्ची कह रही मम्मा मुझे यहाँ से लेकर चले जाओ, मैं यहाँ नहीं रह सकती हूँ। बहुत अच्छी बोलती है, सब कुछ है ना। तो उन्होंने बोला कि मम्मा मुझे यहाँ से लेके जाओ। मतलब एक छोटा सा बच्चा अचानक से जुदा कर देंगे तो उस बच्चे को क्या पता कि मेरे रियल पेरेंट्स कौन है या मेरे माँ बाप कौन है। उसने तो मुझे देखा गया, उसने मुझे माँ कह के गया, तो वो मुझे फ़ोन पर बोली कि मम्मा मुझे यहाँ से ले जाओ। मैंने बोला बेटा कोई बात नहीं, अच्छा वक्त भी आएगा तुम हमारे पास ही आओगे। मैं इतनी परेशान हूँ उसको लेकर के, मैं बड़े से बड़ा कितना भी कोई सदमा होता है ना, मैं उस चीज़ को झेल जाती, लेकिन एक बच्चे को लेकर मैं किस तरीके से जीऊँ, जिसकी सारी मोह माया सारी ममता उसके अंदर मेरी बच्चे के अंदर है, तो मैं कैसे उस बच्चे के अंदर जीऊँगी और वो बच्चा मेरे बिना कैसे रहेगा। उसके बाद हमारे घर का कैसा माहौल बना, हम किस तरीके से 3-4 दिन से रह रहे कि हमने खाना पीना हमारा सब कुछ छूट गया, क्योंकि जब उसने आँख खोली तो मुझे माँ कह के बुलाया। ठीक है ना, तो मैं भी तो एक माँ हूँ, मैंने उसे बच्चे की तरह पाला एक औलाद। साढ़े डेरे से आके अनलीगली तरीके से छापेमारी की गई है ना। ये सब ठीक लगता है, जेन्युइन है ये सब कुछ। क्या किसी को कोई नोटिस नहीं, कुछ नहीं, कोई बात नहीं, कुछ नहीं कही गई। अचानक से आके छापेमारी करके हमारे डेरे को एक नाम देता कि रेस्क्यू किया है बच्चे नू, है ना, कि बच्चे बरामद किया है। ये कहाँ दी गल है। ठीक है, शिकायत ਤਾਂ ਦਿੱਤੀ ਹੋਣੀ, ਤੁਹਾਨੂੰ ਕੀ ਲੱਗਦਾ? ਦੱਸੋ ਨਾ ਸਾਨੂੰ 4 ਸਾਲ ਤੋਂ ਉਸ ਬੰਦਾ ਸੁੱਤਾ ਪਿਆ ਸੀ, ਉਹ ਬੰਦਾ ਸੁੱਤਾ ਪਿਆ ਸੀ 4 ਸਾਲ ਤੋਂ। ਮੈਨੂੰ ਇੱਕ ਗੱਲ ਦੱਸੋ, ਜਦ ਅਸੀਂ ਅਗਰ ਸਮਾਜ ਦਾ ਹਿੱਸਾ ਹੈਗੇ ਆ, ਸਭ ਕੁਝ ਹੈਗੇ, ਤੇ ਕੀ ਅਸੀਂ ਬੱਚੇ ਨੂੰ ਰੱਖ ਨਹੀਂ ਸਕਦੇ? ਮਾਂ ਪਿਓ ਨਹੀਂ ਕਰ ਸਕਦੇ? ਕੋਈ ਉੱਥੇ ਕੋਈ ਗਲਤ ਕੰਮ ਨਹੀਂ ਹੋ ਰਿਹਾ ਸੀ, ਕੋਈ ਉੱਥੇ ਭਿਕਸ਼ਾਵ੍ਰਿਤੀ ਨਹੀਂ ਹੋ ਰਹੀ ਸੀ ਕਿ ਅਸੀਂ ਬੱਚੇ ਨੂੰ ਕੋਈ ਸਿਗਨਲ ਤੇ ਖੜੇ ਹੋ ਕੇ ਭੀਖ ਮੰਗਵਾਉਂਦੇ ਪਏ ਆ, ਜਾਂ ਕੋਈ ਵੇਸ਼ਾਵ੍ਰਿਤੀ ਹੁੰਦੀ ਪਈ ਹੈ, ਜਾਂ ਅਸੀਂ ਕੋਈ ਕਿਡਨੈਪ ਕੀਤਾ ਹੋਇਆ ਬੱਚਾ ਆਪਣੇ ਪਰਿਵਾਰ ਦੇ ਨਾਲ ਰਹਿ ਰਿਹਾ ਸੀ, ਸਾਡੇ ਪਰਿਵਾਰ ਦੇ ਨਾਲ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਵੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਤੁਹਾਡਾ ਨਾਲ ਲਲਿਤਾ ਜਾਮਵਾਲ। ਦੋਸਤੋ ਅੱਜ ਅਸੀਂ ਗੱਲ ਕਰਾਂਗੇ ਕਿੰਨਰ ਸਮਾਜ ਦੀ, ਉਸ ਸਮਾਜ ਦੀ ਜਿਸ ਨੂੰ ਹਰ ਵਾਰ ਸਮਾਜ ਦੇ ਵਿੱਚ ਬਹੁਤ ਗਲਤ ਹੁੰਦਾ ਆਇਆ। ਤੇ ਜੇਕਰ ਗੱਲ ਕਰੀਏ 8 ਤਰੀਕ ਦੀ, ਤੇ ਇੱਕ ਡੇਰੇ ਪਿੰਜੌਰ ਡੇਰੇ ਤੋਂ ਪੁਲਿਸ ਵੱਲੋਂ ਇੱਕ ਬੱਚੇ ਨੂੰ ਬਹੁਤ ਹੀ ਗਲਤ ਤਰੀਕੇ ਨਾਲ ਲੈ ਜਾਇਆ ਗਿਆ, ਜਿਹੜੇ ਕਿ ਆਰੋਪ ਜਿਹੜੇ ਕਿੰਨਰ ਸਮਾਜ ਦੇ ਕੁਝ ਜੁੜ ਚੁੱਕੇ ਨੇ। ਜਿਹੜੀ ਮਾਂ ਹੈ ਉਹਨੇ ਮਾਂ ਬਣ ਕੇ ਉਸ ਬੱਚੇ ਨੂੰ ਪਾਲਿਆ ਸੀਗਾ, ਤੇ ਇਹੀ ਇਹਨਾਂ ਦਾ ਕਹਿਣਾ 4 ਸਾਲ ਤੋਂ ਜਿਹੜੇ ਉਹ ਸਾਡੇ ਨਾਲ ਹੈ ਕਿੰਨਰ ਹੀਨਾ ਇਹਦਾ ਨਾਂ। क्या कहना है थोड़ा? मेरा ये कहना, मैं हीना मान शहर पिंजौर से हूँ। मेरा ਅਸੀਂ ਇਹ ਕਹਿਣਾ ਚਾਹੁੰਦੇ ਨੇ ਜਿਹੜੇ अपना ये साढ़े डेरे से आके अनलीगली तरीके से छापेमारी की गई है ना। ये सब ठीक लगता है, जेन्युइन है ये सब कुछ। क्या किसी को कोई नोटिस नहीं, कुछ नहीं, कोई बात नहीं, कुछ नहीं कही गई। अचानक से आके छापेमारी करके हमारे डेरे को एक नाम देता कि रेस्क्यू किया है बच्चे नू, है ना, कि बच्चे बरामद किया है। ये कहाँ दी गल है। ठीक है ना, इस चीज़ के मैं बहुत खिलाफ हूँ। मेरा बच्चा जो है बहुत मोहब्बत और बहुत प्यार से मैं उसकी परवरिश कर रही थी। उस बच्चे को ਉਹਦੇ ਮਾਪਿਓ ਵੀ ਸਾਡੇ ਨਾਲ ਹੀ ਹੈਗੇ ਨੇ, ਐਵੇਂ ਜੀ ਕੋਈ ਗੱਲ ਨਹੀਂ। ਉਹਦੇ ਮਾਪਿਓ ਵੀ ਸਾਡੇ ਨਾਲ ਹੀ ਨੇ। ਐਕਚੁਅਲੀ ਉਹ ਥੋੜੇ ਗਰੀਬ ਪਰਿਵਾਰ ਨੇ, ਠੀਕ ਹੈ। ਉਹਨਾਂ ਤੇ ਜਦ ਬੱਚਾ ਹੋਇਆ ਉਹਨਾਂ ਨੇ ਮਹੰਤ ਜੀ ਨੂੰ ਦੇਤਾ। ਪਲੀਜ਼ ਡੋਂਟ ਇਮੋਸ਼ਨਲ, ਹੈ ਨਾ। ਹਾਂ ਇੰਨਾ ਉਹ ਨਹੀਂ। ਤੁਸੀਂ ਵੇਖ ਸਕਦੇ ਹੋ ਕਿ ਕਿੰਨੇ ਜਿਹੜੇ ਇੱਕ ਅੱਖਾਂ ਦੇ ਵਿੱਚ ਅਥਰੂ ਨੇ ਕਿ ਇੱਕ ਰੋਣ ਨੂੰ ਦਿਲ ਕਰਦਾ ਉਹਨਾਂ, ਤੁਸੀਂ ਵੇਖ ਸਕਦੇ ਹੋ। ਤੁਸੀਂ ਚੁੱਪ ਹੋ ਜਾਓ, ਠੀਕ ਹੈ ਨਾ। ਤੇ ਉਹਨਾਂ ਦੇ ਮਾਪਿਓ ਨੇ ਬੱਚਿਆਂ ਦੇ ਮਾਪਿਓ ਨੇ ਇਹਨਾਂ ਨੂੰ ਦੇ ਦਿੱਤਾ ਬੱਚਾ ਛੋਟਾ ਜਿਹਾ। ਜਦ ਉਹਨੇ ਅੱਖ ਖੋਲੀ ਤਾਂ ਇਹਨੂੰ ਹੀ ਮਾਂ ਸਮਝਿਆ, ਇਹਨੂੰ ਹੀ ਪਿਓ ਸਮਝਿਆ, ਇਹਨੂੰ ਹੀ ਸਭ ਕੁਝ ਸਮਝਿਆ, ਠੀਕ ਹੈ। ਲੇਕਿਨ ਅੱਜ ਇੱਕਦਮ ਸਡਨਲੀ ਮਤਲਬ ਉਸੇ ਗਲੀ 'ਚ ਉਹ ਰਹਿੰਦੇ ਨੇ, ਮਾਪਿਓ ਉਹਦੇ ਉਸੇ ਗਲੀ 'ਚ ਇਹ ਰਹਿੰਦੇ ਨੇ, ਕੋਈ ਜ਼ਿਆਦਾ ਦੂਰ ਵੀ ਨਹੀਂ ਹੈ। ਉਹਨਾਂ ਦੇ ਮਾਪਿਓ ਨੂੰ ਹਰਾਸਮੈਂਟ ਕੀਤਾ ਗਿਆ ਕਿ ਅਗਰ ਤੁਸੀਂ ਇੰਜ ਨਹੀਂ ਕਰੋਗੇ ਤਾਂ ਤੁਹਾਡੇ ਤੇ 317 ਦਾ ਪਰਚਾ ਹੋ ਕੇ, ਪਲੀਜ਼ ਤੁਸੀਂ ਰੋਵੋ ਨਾ, 317 ਦਾ ਪਰਚਾ ਹੋ ਕੇ 7 ਸਾਲ ਦੀ ਕੈਦ ਹੋਏਗੀ। ਮੈਨੂੰ ਇੱਕ ਗੱਲ ਦੱਸੋ, ਜਦ ਅਸੀਂ ਅਗਰ ਸਮਾਜ ਦਾ ਹਿੱਸਾ ਹੈਗੇ ਆ, ਸਭ ਕੁਝ ਹੈਗੇ, ਤੇ ਕੀ ਅਸੀਂ ਬੱਚੇ ਨੂੰ ਰੱਖ ਨਹੀਂ ਸਕਦੇ? ਮਾਂ ਪਿਓ ਨਹੀਂ ਕਰ ਸਕਦੇ? ਕੋਈ ਉੱਥੇ ਕੋਈ ਗਲਤ ਕੰਮ ਨਹੀਂ ਹੋ ਰਿਹਾ ਸੀ, ਕੋਈ ਉੱਥੇ ਭਿਕਸ਼ਾਵ੍ਰਿਤੀ ਨਹੀਂ ਹੋ ਰਹੀ ਸੀ ਕਿ ਅਸੀਂ ਬੱਚੇ ਨੂੰ ਕੋਈ ਸਿਗਨਲ ਤੇ ਖੜੇ ਹੋ ਕੇ ਭੀਖ ਮੰਗਵਾਉਂਦੇ ਪਏ ਆ, ਜਾਂ ਕੋਈ ਵੇਸ਼ਾਵ੍ਰਿਤੀ ਹੁੰਦੀ ਪਈ ਹੈ, ਜਾਂ ਅਸੀਂ ਕੋਈ ਕਿਡਨੈਪ ਕੀਤਾ ਹੋਇਆ ਬੱਚਾ ਆਪਣੇ ਪਰਿਵਾਰ ਦੇ ਨਾਲ ਰਹਿ ਰਿਹਾ ਸੀ, ਸਾਡੇ ਪਰਿਵਾਰ ਦੇ ਨਾਲ, ਠੀਕ ਹੈ ਨਾ। ਕੋਈ ਐਵੇਂ ਜਿਹਾ ਉਹ ਨਹੀਂ ਹੈ। ਅਗਰ ਸਾਨੂੰ ਇਸ ਬਾਰੇ ਨਹੀਂ ਨੌਲੇਜ ਸੀ, ਜਿਵੇਂ ਇਹ ਹੈਗੇ ਨੇ, ਇੰਨੇ ਅਨਪੜ੍ਹ ਨੇ, ਇੰਨੇ ਪੜ੍ਹੇ ਲਿਖੇ ਨਹੀਂ ਹੈਗੇ ਨੇ ਵਿਚਾਰੇ, ਤੇ ਇਹਨਾਂ ਨੂੰ ਨਹੀਂ ਸੀ ਇੰਨੀ ਨੌਲੇਜ, ਤੁਸੀਂ ਸਮਝਾ ਸਕਦੇ ਸੀ। ਹਰਾਸਮੈਂਟ ਕਰਨਾ ਔਰ ਰੈਸਕਿਊ ਕਰਨਾ ਮਤਲਬ ਬਰਾਮਦ ਤੇ ਉਹ ਹੁੰਦਾ, ਜਾਂ ਤਾਂ ਮਾਂ ਪਿਓ ਸ਼ਿਕਾਇਤ ਕਰਦੇ ਬੱਚੇ ਦੀ ਕਿ ਸਾਡਾ ਬੱਚਾ ਗਾਇਬ ਹੋ ਗਿਆ। ਮਾਂ ਪਿਓ ਉੱਥੇ ਖੜੇ ਨੇ, ਮੌਜੂਦ ਨੇ ਐਨ ਮੌਕੇ ਤੇ, ਉਹਨਾਂ ਕਿਹਾ ਜਾ ਰਿਹਾ ਕਿ ਤੁਹਾਨੂੰ 7 ਸਾਲ ਕੈਦ ਹੋਏਗੀ। ਕਿ ਨਾ ਪਹਿਲਾਂ ਇਹ ਤੁਸੀਂ ਦੱਸੋ ਸਾਨੂੰ ਕਿ ਕਦੋਂ ਤੁਸੀਂ ਇਹ ਬੱਚਾ ਲਿੱਤਾ ਸੀ, ਤੇ ਮਾਂ-ਬਾਪ ਹੈ ਜਿਹੜੇ ਉਹਨਾਂ ਨੇ ਆਪਣੀ ਸਹਿਮਤੀ ਨਾਲ ਬੱਚਾ ਦਿੱਤਾ ਸੀ? जी, ये 19 सितंबर 2019 ਨੂੰ मैंने बच्चा लेता, माँ बाप की रजामंदी तो
ठीक है ना। माँ बाप ਜਿਹੜੇ ਨਾਲ ਹੀ ਹੈਗੇ ਸਾਡੇ, ठीक है ना, वो ਨਾਲ ਵਾਲੇ ਘਰ में ही ਰਹਿੰਦੇ ਨੇ, ठीक है। तो उसके रजामंदी से ही ਅਸੀਂ ਲੈਂਦੇ ਨੇ ਬੱਚੇ। ਤੇ ਜਦੋਂ ਹੁਣ ਉਹ ਪੁਲਿਸ ਵਾਲੇ ਆਏ ਸੀਗੇ ਉਸ ਵੇਲੇ ਕੀ ਕੁਝ ਹਾਲਾਤ ਸੀਗੇ, ਤੁਸੀਂ ਜਦੋਂ ਆਏ ਕੁਝ ਤੁਹਾਨੂੰ ਕੁਝ ਲੀਗਲ ਕੋਈ ਨੋਟਿਸ ਜਾਂ ਕੁਝ ਇਸ ਤਰ੍ਹਾਂ ਦਿੱਤਾ? सानू कोई नोटिस नहीं मिला हैगा, डायरेक्ट छापा मारा है, कोई नोटिस नहीं मिला है, हमारी कोई पैरवी नहीं की गई है। हमने पूछा कि हमारा कसूर बताओ क्या है, लेकिन उन लोगों ने इन चीज़ों को कोई भी मोटिव नहीं दिया है। मतलब सब कुछ हमारे खिलाफ सिस्टम को कर दिया, ऐसा एक तरफा सब कुछ कर दिया। मीडिया ने हमसे नहीं पूछा, कुछ नहीं हमारे से मालूम किया क्या था, कुछ भी नहीं किया, ठीक है। अचानक से आते हैं, 5 मिनट बाद बच्चे को लेके उसके पेरेंट्स को दे देते हैं। उसके बाद हमारे घर का कैसा माहौल बना, हम किस तरीके से 3-4 दिन से रह रहे हैं कि हमने खाना पीना हमारा सब कुछ छूट गया। क्योंकि जब उसने आँख खोली तो मुझे माँ कह के बुलाया, ठीक है ना। तो मैं भी तो एक माँ हूँ, मैंने उसे बच्चे की तरह पाला, एक औलाद। ਉਹੀ ਮੈਂ ਕਹਿ ਰਹੀ ਹਾਂ ਕਿ ਹੀ ਨਾ ਜਦੋਂ ਇੱਕ ਬੱਚਾ ਇੱਕ ਪਰਿਵਾਰ ਦੇ ਵਿੱਚ ਹੁੰਦਾ ਤਾਂ ਤੁਹਾਨੂੰ ਬਹੁਤ ਉਮੀਦਾਂ ਨਾਲ ਦੁਆਵਾਂ ਵਾਸਤੇ ਤੁਹਾਨੂੰ ਬੁਲਾਇਆ ਜਾਂਦਾ ਹੈ। ਮੈਂ ਇਹ ਛੋਟੀ ਜਿਹੀ ਗੱਲ ਸਮਝਣੀ ਹੈ, ਇੱਕ ਘਰ 'ਚ ਨਾ ਇੱਕ ਪੱਪੀ ਰੱਖਦੇ ਹਾਂ ਅਸੀਂ, ਉਹਦੇ ਨਾਲ ਇੰਨਾ ਲਗਾਵ ਹੋ ਜਾਂਦਾ ਹੈ ਯਾਰ, ਉਹ ਤੇ ਇਨਸਾਨ ਦਾ ਬੱਚਾ ਹੈ, ਉਹਦੇ ਨਾਲ ਇਹਨੂੰ ਲਗਾਵ ਕਿਉਂ ਨਹੀਂ ਹੋਏਗਾ? ਠੀਕ ਹੈ ਨਾ। ਇੱਕ ਪੱਪੀ ਰੱਖਨੇ ਆ, ਉਹਦੇ ਨਾਲ ਉਹਨੂੰ ਕੁਝ ਹੋ ਜਾਂਦਾ ਹੈ, ਬਿਮਾਰ ਹੋ ਜਾਂਦਾ, ਹਾਏ ਮੇਰਾ ਪੱਪੀ ਬਿਮਾਰ ਹੋ ਗਿਆ, ਮੇਰਾ ਉਹ ਹੋ ਗਿਆ, ਹੈ ਨਾ, ਉਹਦੇ ਨਾਲ ਹੋ ਜਾਂਦਾ ਹੈ। ਪਲੀਜ਼ ਡੋਂਟ ਇਮੋਸ਼ਨਲ, ਪਲੀਜ਼ ਐਵੇਂ ਨਾ ਕਰੋ, ਤੁਸੀਂ ਦਿਲ ਛੋਟਾ ਨਾ ਕਰੋ, ਸਾਨੂੰ ਬਿਲਕੁਲ ਇਨਸਾਫ ਮਿਲੇਗਾ, ਠੀਕ ਹੈ। ਤੇ ਉਹਦੇ ਨਾਲ ਇੰਨਾ ਅਟੈਚਮੈਂਟ ਹੋ ਜਾਂਦਾ, ਉਹ ਬੱਚਾ ਤੇ 4 ਸਾਲ ਤੋਂ ਸੀ, ਉਹਦਾ ਹਰ ਸਾਲ ਬਰਥਡੇ ਮਨਾਉਂਦੀ ਏ, ਹਰ ਸਾਲ ਉਹਨੂੰ ਮਤਲਬ ਪੂਰਾ ਮਹੱਲਾ ਉਹਨੂੰ ਜਾਣਦੇ, ਈਵਨ ਉਹਨਾਂ ਜਿਹੜੇ ਮਾਪਿਓ ਨੇ ਉਹ ਵੀ ਆਉਂਦੇ ਨੇ, ਉਹਨੂੰ ਮਿਲਦੇ ਨੇ ਜੁਲਦੇ ਨੇ, ਅੱਛੇ ਸਕੂਲ ਪੜ੍ਹਾ ਰਹੀ ਹੈ। ਜਿਹੜੇ ਮਾਪੇ ਸੀਗੇ ਉਹਨਾਂ ਨੇ ਨਹੀਂ ਕੋਈ ਕੁਝ ਪੁਲਿਸ ਦੇ ਸਾਹਮਣੇ ਕੋਈ ਐਸਐਚਓ ਦੇ ਸਾਹਮਣੇ ਕੋਈ ਗੱਲ ਰੱਖੀ? ਆਪਣੀ ਮਰਜ਼ੀ ਨਾਲ ਦਿੱਤਾ ਹੈ ਅਸੀਂ, ਉਹ ਸਾਡੇ ਫੇਵਰ ਵਿੱਚ ਨੇ, ਲੇਕਿਨ ਉਹਨਾਂ ਨੂੰ ਹਰਾਸਮੈਂਟ ਕੀਤਾ ਗਿਆ, ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਗਿਆ ਕਿ ਤੁਹਾਨੂੰ 7 ਸਾਲ ਕੈਦ ਹੋਏਗੀ ਅਗਰ ਤੁਸੀਂ ਇਹ ਵਰਡ ਬੋਲੋਗੇ ਤੇ। ਜਦੋਂ 3 ਸਾਲ ਕੁਝ ਨਹੀਂ ਹੋਇਆ ਫਿਰ ਕੀ ਸੀਗਾ ਅਚਾਨਕ ਜਿਹੜੀ ਇਹ ਕਾਰਵਾਈ ਹੈ? ਕਿਹਦੇ ਤੁਸੀਂ ਕੋਈ ਔਰ ਵੱਡਾ ਕਾਰਨ ਮੰਨਦੇ ਹੋ? ਇਹ ਉਹਨਾਂ ਨੂੰ ਪੁੱਛੋ, ਚਾਈਲਡ ਬਿਊਰੋ ਵਾਲੇ ਨੂੰ, है ना, वो बता सकते हैं कि एकदम अचानक की होया कि की गल होगी, ਅਸੀਂ नहीं कह सकते हैं, वो हमें बताए ना किस चीज की, कि 4 साल बाद ऐसा क्या हुआ, क्यों जाग गया 4 साल बाद सोया हुआ इंसान क्यों जाग गया? और आज पहली बार नहीं होया, साडे पुरखा तो साडे बुजुर्ग, साडे जिन्ने भी बुजुर्ग माइयां ने सारे बच्चे पालते आए ने, ठीक है ना। क्योंकि आले दुआले देखो कई लोग होंगे ने जिन्हां दी स्थिति नहीं होंदी है ना, हाँ अफोर्ड नहीं करते, जिन्हां दे 4 कुड़ियां हो जांदियां ने, वो नहीं अफोर्ड कर सकते, वो कुड़ी दे जांदे ने, पता नहीं किन्नी कुड़ियां दा विआह करदे ने। ए खुद हीना जी बहुत कुड़ियां दा विआह करदे ने, मेरे गुरु जी ने रवीना जी ਉਹ ਬਹੁਤ ਕੁੜੀਆਂ ਦੇ ਵਿਆਹ ਤੁਹਾਨੂੰ ਦੱਸ ਦਈਏ ਕਿ ਜਿਹੜੇ ਹੀਨਾ ਇਹ ਹੈਗੇ ਆ ਇਹ ਪਿੰਜੌਰ ਡੇਰੇ ਤੋਂ ਗੱਦਾ ਨਸ਼ੀਨ ਨੇ ਤੇ ਇਹ ਚੰਡੀਗੜ੍ਹ ਦੇ ਸਾਡੇ ਨਾਲ। ਰਵੀਨਾ ਗੁਰੂ ਦੀ ਚੇਲਾ, ਮੈਂ ਧਨਾਸ ਤੋਂ ਹਾਂ, ਉਹ ਗੱਦੀ ਨਸ਼ੀਨ ਨੇ ਮੇਰੇ ਗੁਰੂ ਜੀ, ਠੀਕ ਹੈ, ਮੈਂ ਉਹਨਾਂ ਦੀ ਚੇਲਾ ਹਾਂ ਬੰਟੀ, ਠੀਕ ਹੈ ਨਾ, ਹਾਂਜੀ ਚੰਡੀਗੜ੍ਹ ਤੋਂ। ਤੇ ਮੈਂ ਉਹੀ ਮੈਂ ਕਹਿ ਰਹੀ ਹਾਂ, ਮਤਲਬ ਇੰਨੇ ਚੰਗੇ ਚੰਗੇ ਕੰਮ ਕਰਦੇ ਨੇ, ਸਭ ਦੇ ਡਾਕੂਮੈਂਟਸ ਆਉਣ ਲੱਗ ਗਏ ਫਿਰ ਤੇ ਠੀਕ ਹੈ। ਅਗਰ ਹੋਣੇ ਵੀ ਸੀ ਡਾਕੂਮੈਂਟਸ, ਤੁਸੀਂ ਕਰਾਣੇ ਵੀ ਸੀ, ਤੁਹਾਨੂੰ ਚਾਹੀਦੇ ਵੀ ਸੀ, ਤੇ ਸਾਨੂੰ ਕਮ ਸੇ ਕਮ 5 ਦਿਨ ਦਾ 10 ਦਿਨ ਦਾ ਟਾਈਮ ਦੇ ਕੇ ਜਾਂਦੇ, ਹਰਾਸਮੈਂਟ ਨਾ ਕਰਦੇ, ਇਹ ਸਭ ਕੁਝ ਕ੍ਰੀਏਟ ਨਾ ਕਰਦੇ, ਅਖਬਾਰਾਂ 'ਚ ਗਲਤ ਨਾ ਲਿਖਦੇ ਕਿ ਬਰਾਮਦ ਕੀਤਾ ਗਿਆ, ਰੈਸਕਿਊ ਕੀਤਾ ਗਿਆ। ਤੁਸੀਂ ਸਮਝਦਾਰ ਹੋ। ये एक सवाल, ਕਿਸੇ ਨੇ ਸ਼ਿਕਾਇਤ ਤਾਂ ਦਿੱਤੀ ਹੋਣੀ, ਤੁਹਾਨੂੰ ਕੀ ਲੱਗਦਾ? ਦੱਸੋ ਨਾ ਸਾਨੂੰ, 4 ਸਾਲ ਤੋਂ ਉਹ ਬੰਦਾ ਸੁੱਤਾ ਪਿਆ ਸੀ, ਉਹ ਬੰਦਾ ਸੁੱਤਾ ਪਿਆ ਸੀ 4 साल तो। सारे लगभग सारे डेरों में बच्चे पलते हैं, लड़कियां पलती हैं, शादियां होती हैं, वो अच्छी परवरिश, बहुत अच्छी क्वालिफिकेशन लोग पढ़ रहे हैं। तो मतलब मेरे ही बच्चे को लेकर इतना हाईलाइट क्यों किया गया, मैं वो जानना चाहती हूँ। मुझे राइट बनता है कि मैं उस कंप्लेंट को जानूँ कि वो कंप्लेंट क्या है, अगर कंप्लेंट है तो वो मुझे दिखाई जाए। मैं ਉਸ ਤੋਂ ਬਾਅਦ ਤੁਸੀਂ ਕਿਸੇ ਨੂੰ ਮਿਲੇ ਹੋ ਜਦੋਂ ਐਸਐਚ ਨੇ ਤੁਹਾਡੀ ਨਹੀਂ ਸੁਣੀ, ਕਿਸੇ ਨਾਲ ਤੁਸੀਂ ਔਰ ਮੁਲਾਕਾਤ ਕੀਤੀ ਹੈ? ਪਰਸੋਂ ਹੀ ਹੋਇਆ, 8 ਜੂਨ ਨੂੰ ਹੀ ਹੋਇਆ ਇਹ ਹਾਦਸਾ ਸਾਡੇ ਨਾਲ। ਤੁਸੀਂ ਇਹ ਦੇਖੋ ਕਿਸ ਦਾ ਬੱਚਾ ਵੱਖ ਹੋ ਜਾਏ, ਹੈ ਨਾ, ਇੱਕ ਸਰੀਰ ਦਾ ਅੰਗ ਹਟ ਜਾਏ ਤੇ 2 ਦਿਨ ਤੇ ਵੈਸੇ ਹੀ ਬੰਦੇ ਨੂੰ ਚੇਤਾ ਨਹੀਂ ਆਉਂਦਾ। ਮਮਤਾ ਹੀ ਹੁੰਦੀ। ਉਹਨਾਂ ਦਾ ਹੁਣੇ ਤਾਂ ਰੋ ਕੇ ਬੁਰਾ ਹਾਲ ਹੋ ਰਿਹਾ ਉਹਨਾਂ ਦੀ, ਉਹ ਦੇਖੋ 2 ਦਿਨ ਤੋਂ ਸ਼ਾਇਦ ਰੋਟੀ ਵੀ ਨਹੀਂ ਖਾਧੀ ਅਗਲੀ ਨੇ, ਠੀਕ ਹੈ ਨਾ। ਮੈਂ ਕਿਉਂ ਬੋਲਾਂ ਕਿ ਹਾਂ ਨਹੀਂ, ਲੇਕਿਨ ਮੈਂ ਇੰਨਾ ਜਾਣਨੀ ਹਾਂ ਕਿ ਇਹ ਗਲਤ ਹੋਇਆ, ਜੋ ਵੀ ਹੋਇਆ ਬਹੁਤ 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 ਗਲਤ ਹੋਇਆ। ਸਾਈਂ ਬਾਬਾ ਜੀ ਉਹਨਾਂ ਨੂੰ ਮੈਂ ਤਾਂ ਕਹਿੰਦੀ ਹਾਂ ਸਦਬੁੱਧੀ ਦੇਵੇ, ਉਹਨਾਂ ਦੀ ਦਿਮਾਗ ਵਿੱਚ ਪਾਵੇ ਕਿ ਨਹੀਂ ਕਿਸ ਦਾ ਬੱਚਾ ਐਵੇਂ ਕਿਸ ਤੋਂ ਵੱਖ ਨਹੀਂ ਹੁੰਦਾ। ਹਾਂ ਉਹਨਾਂ ਨੇ ਅਨਲੀਗਲ ਤਰੀਕੇ ਨਾਲ ਲਿੱਤਾ ਹੁੰਦਾ, ਬੱਚੇ ਨੂੰ ਪਰੇਸ਼ਾਨ ਕਰ ਰਹੇ ਹੁੰਦੇ ਜਾਂ ਕੁਝ ਵੀ ਹੁੰਦਾ। वो गोदनामे जैसा ही पेपर था वो जो हमने लिया था उसके माँ बाप से। मैंने उनको ये बताया मेरे घर में 1-1.5 साल से कंस्ट्रक्शन का काम चल रहा है, मेरे घर में जो है रेनोवेशन चल रही है, मेरे सारे डॉक्यूमेंट मेरे कागज़ इधर से इधर हो रहे हैं, मुझे टाइम दीजिए। उस चीज़ को कोई सुनवाई उन्होंने
उन्होंने नहीं करी कि कागज़ उन्होंने एक दिया है बना के मुझे कि उसमें लिखा गया हम अपनी मर्जी से बच्चे दे रहे हैं, सब कुछ 2019 में वो हो चुका, लेकिन वो कह रहे वो हम मानेंगे नहीं है कागज़, वो हम चीज़ नहीं जानेंगे। अब 1.5 साल से मैं घर बनाने में सारे किन्नर समाज जानता है, मैं डेरा बना रही हूँ, ठीक है ना, डेरा बनाने उसमें बिजी हूँ। आप जान सकते हो एक डेरे को तोड़कर दोबारा बनाना कितना खलेरा मच जाता है ना, घर को बना के, है ना। तो उस चीज़ को मैंने उनको बोला कि मेरे सारे डॉक्यूमेंट इधर उधर हुए, मुझे थोड़ा टाइम दो। उस चीज़ को लेकर उन्होंने मेरी कोई सुनवाई नहीं की। ਹੁਣ ਜਦੋਂ ਦਾ ਬੱਚਾ ਗਿਆ ਹੈ, ਹੁਣ ਤੁਹਾਡੀ ਉਹਦੇ ਬਾਅਦ ਕੋਈ ਗੱਲਬਾਤ ਹੋਈ ਉਸ ਨਾਲ? बच्चे को मैंने एक फ़ोन किया, फ़ोन करके मैंने पूछा आप बच्चे का अच्छे से ख्याल रखें जब तक कि ये सब चलता है। बच्ची कह रही मम्मा मुझे यहाँ से लेकर चले जाओ, मैं यहाँ नहीं रह सकती हूँ, बहुत अच्छी बोलती है, सब कुछ है ना। तो उन्होंने बोला कि मम्मा मुझे यहाँ से लेके जाओ। मतलब एक छोटा सा बच्चा अचानक से जुदा कर देंगे तो उस बच्चे को क्या पता कि मेरे रियल पेरेंट्स कौन है या मेरे माँ बाप कौन है। उसने तो मुझे देखा गया, उसने मुझे माँ कह के गया, तो वो मुझे फ़ोन पर बोली कि मम्मा मुझे यहाँ से ले जाओ। मैंने बोला बेटा कोई बात नहीं, अच्छा वक्त भी आएगा तुम हमारे पास ही आओगे। मैं इतनी परेशान हूँ उसको लेकर के, मैं बड़े से बड़ा कितना भी कोई सदमा होता है ना, मैं उस चीज़ को झेल जाती, लेकिन एक बच्चे को लेकर मैं किस तरीके से जीऊँ, जिसकी सारी मोह माया सारी ममता उसके अंदर मेरी बच्चे के अंदर है, तो मैं कैसे उस बच्चे के अंदर जीऊँगी और वो बच्चा मेरे बिना कैसे रहेगा। एक आप सोचो एक नॉर्मल परिवार का बच्चा रिश्तेदारों में छोटा बच्चा पहुँचा दोगे, वो रह लेगा आप लोगों के बिना? नहीं रह सकता ना। जब आपका बच्चा आपके बिना नहीं रह सकता तो मेरा बच्चा मेरे बिना कैसे रहेगा। ਕਿਉਂ ਜੁਦਾ ਕੀਤਾ ਗਿਆ? ਹੁਣ ਅਗਲੀ ਕੀ ਕਾਰਵਾਈ ਹੋਏਗੀ ਬੰਟੀ? ਕੀ ਤੇ ਬਸ ਸੰਵਿਧਾਨ ਨੂੰ ਇਹੋ ਕਹਿੰਦੇ ਪਏ ਕਿ ਦੇਖੋ ਉਚਿਤ ਤੋਂ ਉਚਿਤ ਮੰਗ ਹੋਣੀ ਚਾਹੀਦੀ ਸਾਡੀ, ਜਿਹੜੀ ਉਹ ਹੈਗੀ ਹੈ ਸਾਡੇ ਬਾਰੇ ਵੀ ਸੋਚਿਆ ਜਾਏ। ਦੇਖੋ ਬੰਟੀ, ਜਿਹੜੀ ਇਹ ਪੁਲਿਸ ਵੱਲੋਂ ਜਿਹੜੀ ਇਹ ਕਾਰਵਾਈ ਹੋਈ ਹੈ, ਇਸ ਨਾਲ ਕਿਤੇ ਨਾ ਕਿਤੇ ਬਹੁਤ ਜਿਹੇ ਸਵਾਲ ਵੀ ਜਿਹੜੇ ਖੜੇ ਕਰ ਦਿੱਤੇ ਨੇ ਕਿ ਇੱਕ ਕਿੰਨਰ ਨੂੰ ਦੇਖੋ, ਅਸੀਂ ਕਿੰਨੇ ਵੀ ਜਿਹੜੇ ਸਮਾਗਮ ਹੁੰਦੇ, ਕੁਝ ਹੁੰਦੇ, ਵਿਆਹ ਹੁੰਦਾ ਹੈ, ਬੱਚਾ ਹੁੰਦਾ, ਤਾਂ ਅਸੀਂ ਆਸ਼ੀਰਵਾਦ ਲੈਣ ਬੁਲਾਉਂਦੇ ਨੇ, ਤੇ ਅੱਜ ਕੀ ਜਿਹੜੇ ਸਵਾਲ ਹੋ ਰਿਹਾ ਕਿ ਉਹ ਕਿਉਂ ਧਰਮ ਦੇ ਠੇਕੇਦਾਰਾਂ ਨੂੰ ਪੁੱਛਣਾ ਚਾਹੀਦਾ ਨਾ ਤੁਹਾਨੂੰ ਕਿ ਅੱਜ ਕੀ ਹੋ ਰਿਹਾ ਹੈ। ਤਾਂ ਹੁਣ ਕੀ ਮਤਲਬ ਅਗਲੀ ਅੱਛਾ, ਤੁਸੀਂ ਉਹ ਲੋਕ ਠੀਕ ਨੇ ਜਿਹੜਾ ਮੰਦਿਰ ਦੇ ਬਾਹਰ ਬੱਚਾ ਸੱਟ ਜਾਂਦੇ ਨੇ, ਉਹ ਲੋਕ ਠੀਕ ਨੇ, ਉਹਨਾਂ ਨੂੰ ਤੁਸੀਂ ਰਾਈਟ ਸਮਝਦੇ ਹੋ, ਉਹਨਾਂ ਦੇ ਕੋਈ ਲੀਗਲ ਕਾਰਵਾਈ ਨਹੀਂ ਹੈ। ਮੈਨੂੰ ਇੱਕ ਗੱਲ ਦੱਸੋ, ਦੇਖੋ ਮੈਂ ਇੱਕ ਕਿੰਨਰ ਹਾਂ, ਠੀਕ ਹੈ, ਮੇਰੇ ਜਿੰਨੇ ਵੀ ਕਿੰਨਰ ਆਏ ਨੇ ਉਹ ਤੇ ਬੱਚਾ ਪੈਦਾ ਨਹੀਂ ਕਰ ਸਕਦੇ ਨਾ। ਬੱਚਾ ਪੈਦਾ ਕਿੰਨੇ ਕੀਤਾ? ਤੁਸੀਂ ਲੋਕਾਂ ਨੇ। ਉਹਨਾਂ ਨੂੰ ਛੱਡਿਆ ਕਿੰਨੇ? ਤੁਸੀਂ ਲੋਕਾਂ ਨੇ। ਉਹਨਾਂ ਨੂੰ ਪਾਲਣ ਦਾ ਫਰਜ਼ ਕਿੰਨੇ ਨਿਭਾਇਆ? ਮੈਂ। ਠੀਕ ਹੈ ਨਾ। ਉਹ ਰੱਬ ਵੱਲੋਂ ਸੀ ਜਾਂ ਤੁਹਾਡੇ ਵੱਲੋਂ ਸੀ ਜਾਂ ਕਿਸੇ ਵੱਲੋਂ ਵੀ ਸੀ, ਉਹ ਕਿਹਦਾ ਗੁਨਾਹ ਸੀ ਉਹ ਵੇਖੇਗਾ, ਮੈਂ ਨਹੀਂ ਵੇਖਾਂਗੀ। ਬਸ ਮੈਂ ਇਹ ਨਾ ਜਾਣਨੀ ਹਾਂ ਕਿ ਇੱਕ ਬੱਚੇ ਨੂੰ ਆਪਣੀ ਮਾਂ ਨਾਲ ਲਾ ਲਓ ਜਾਂ ਪਿਓ ਨਾਲ ਲਾ ਲਓ ਜਾਂ ਕੁਝ ਵੀ ਤੁਸੀਂ ਜੋ ਸਾਨੂੰ ਕਹਿਣਾ ਚਾਹੁੰਦੇ ਹੋ, ਕਿੰਨਾਂ ਨਾਲ ਲਾ ਲਓ, ਉਸ ਤੋਂ ਵੱਖ ਕਰਨਾ ਬਹੁਤ ਬੁਰੀ ਗੱਲ ਹੈ। ਠੀਕ ਹੈ ਨਾ। ਹਾਂ, ਤੁਸੀਂ ਲੀਗਲ ਕਾਰਵਾਈ ਕਰਵਾਓ, ਪ੍ਰੋਪਰ ਡਾਕੂਮੈਂਟਸ ਬਣਵਾਓ, ਉਹਨੂੰ ਹੈਲਪ ਕਰੋ, ਉਹਨੂੰ ਅੱਛੀ ਤਰ੍ਹਾਂ ਉਹਨੂੰ ਦੱਸੋ ਕਿ ਇਹ ਕੰਮ ਕਰੋ, ਤੁਸੀਂ ਉਹਨੂੰ ਗਾਈਡ ਕਰੋ ਕਿ ਹਾਂ ਇਹ ਵਾਲਾ ਕੰਮ ਕਰੋ ਤਾਂ ਇਹ ਤੁਹਾਡਾ ਬੱਚਾ ਤੁਹਾਡੇ ਨਾਲ ਰਹੇਗਾ। ਠੀਕ ਹੈ ਨਾ। ਲੇਕਿਨ ਗਲਤ ਕੰਮ ਨਾ ਕਰੋ ਯਾਰ, ਨਹੀਂ, ਪਲੀਜ਼ ਡੋਂਟ ਡੂ ਦੈਟ। ਤੇ ਅੱਜ ਬੰਟੀ ਕਿਸ ਤਰ੍ਹਾਂ ਤੁਸੀਂ ਵੇਖਦੇ ਹੋ ਸਾਰੇ ਅੱਜ ਗੱਦਾ ਨਸ਼ੀਨ ਜਿਹੜੇ ਮੰਦ ਚੰਡੀਗੜ੍ਹ ਭਵਾਨੀ ਜੀ ਵੀ ਨੇ, ਸਾਰੇ ਨੇ, ਬਹੁਤ ਸਾਰੇ ਨੇ। ਹੁਣ ਕੀ ਕੁਝ ਅਗਲੀ ਜਿਹੜੀ ਕਾਰਵਾਈ ਅਗਲੀ ਅਸੀਂ ਸਿਰਫ ਇਹ ਤੁਹਾਡੇ ਮਾਧਿਅਮ ਤੋਂ, ਇੱਕ ਮੀਡੀਆ ਦੇ ਮਾਧਿਅਮ, ਕਿਉਂਕਿ ਇੱਕ ਨਾ ਬਹੁਤ ਸਾਂਝਾ ਇੱਕ ਪਰਿਵਾਰ ਹੈ ਨਾ, ਆਪਣੀ ਗੱਲ ਅੱਗੇ ਤੱਕ ਪਹੁੰਚਾਉਣ ਵਾਸਤੇ ਅਸੀਂ ਤੁਹਾਨੂੰ ਲੋਕਾਂ ਨੂੰ ਚੁਣਿਆ। ਇਸ ਵਾਸਤੇ ਇੱਥੇ ਅਸੀਂ ਪ੍ਰੈਸ ਕਲੱਬ ਵਿੱਚ ਪ੍ਰੈਸ ਕਾਨਫਰੰਸ ਰੱਖੀ ਹੈ ਕਿ ਸ਼ਾਇਦ ਤੁਸੀਂ ਲੋਕਾਂ ਨੂੰ ਕਹਿ ਸਕੋ, ਸ਼ਾਇਦ ਜਿਹੜੇ ਲੋਕ ਬੰਦੇ ਨੇ ਕਿ ਅਸੀਂ ਵੱਡੇ ਆ, ਵੱਡੇ ਰਹਿਣ, ਰੱਬ ਰਾਜੀ ਰੱਖੇ ਉਹਨਾਂ ਨੂੰ। ਠੀਕ ਹੈ ਨਾ। ਉਹ ਵੱਡੇ ਨੇ ਜਾਂ ਵੱਡੇ ਨੇ ਕੀ ਕਹਿੰਦੇ, ਲੇਕਿਨ ਹਰਕਤ ਗਿਰੀ ਹੋਈ ਕੀਤੀ ਉਹਨਾਂ ਨੇ, ਜਿੰਨੇ ਵੀ ਇਹ ਕੀਤੀ ਹੈ ਹਰਕਤ ਗਿਰੀ ਹੋਈ ਹੈ। ਨਾਮ ਚਾਹੇ ਤੁਹਾਡਾ ਵੱਡਾ ਹੋਵੇ, ਲੇਕਿਨ ਸੋਚ ਔਰ ਹਰਕਤ ਬਹੁਤ ਜ਼ਿਆਦਾ ਗਿਰੀ ਹੋਈ ਹੈ। ਹੁਣ ਕੀ ਕੁਝ ਅਗਲੀ ਕਾਰਵਾਈ ਹੈ ਜਿਹੜੀ ਉਹ ਹੋਵੇਗੀ? ਮੈਂ ਤੇ ਇਹੋ ਚਾਹੁੰਦੀ ਹਾਂ, ਅਗਰ ਇੱਥੇ ਸੁਣਵਾਈ ਨਹੀਂ ਹੋਈ ਅਸੀਂ ਹਾਈ ਕੋਰਟ ਜਾਵਾਂਗੇ, ਹਾਈ ਕੋਰਟ ਨਹੀਂ ਹੋਈ ਸੁਪਰੀਮ ਕੋਰਟ ਜਾਵਾਂਗੇ, ਸੁਪਰੀਮ ਕੋਰਟ ਨਹੀਂ ਹੋਈ ਜੰਤਰ ਮੰਤਰ ਮੋਰਚਾ ਲਾਵਾਂਗੇ। ਕਿਸਾਨਾਂ ਦੀ ਤਰ੍ਹਾਂ ਅਸੀਂ ਵੀ ਸਿੰਧੂ ਬਾਰਡਰ ਤੇ ਬਹਿ ਕੇ ਉੱਥੇ ਹੀ ਜੋ ਕਰਨਾ ਹੈ ਦੇਖੋ ਇਨ ਫਿਊਚਰ। ਇਹ ਵੀ ਕਿਹਾ ਜਾ ਰਿਹਾ ਕਿ ਪੂਰੇ ਦੇਸ਼ ਦੇ ਜਿਹੜੇ ਕਿੰਨਰ ਸਮਾਜ ਨੂੰ ਜਿਹੜਾ ਹਾਲੇ ਤੇ ਤੁਸੀਂ 50-100 ਹੀ ਵੇਖਦੇ ਪਏ ਹੋ। ਪਲੀਜ਼ ਇੱਥੇ ਸਭ ਦਾ ਕੈਮਰਾ ਘੁਮਾਓ ਪਲੀਜ਼। ਠੀਕ ਹੈ ਨਾ। ਇਹ ਦੇਖੋ ਹਾਲੇ ਤੇ ਸਿਰਫ ਇੱਥੇ 50-100 ਨੇ, ਇੱਥੇ ਸਿਰਫ 50-100 ਆਏ ਨੇ, ਜਿਹੜੇ ਆਲੇ ਦੁਆਲੇ ਦੇ ਇੱਥੇ ਸੀ ਉਹੀਓ ਆਏ ਨੇ। ਠੀਕ ਹੈ ਨਾ। ਜਦ ਸਾਡੇ ਆਪਣੇ ਉੱਤੇ ਜਦ ਇਹ ਪਾਣੀ ਇੱਥੇ ਤੱਕ ਹੋ ਜਾਏ ਨਾ, ਫਿਰ ਐਵੇਂ ਉੱਪਰ ਜਾਣਾ ਹੀ ਪੈਂਦਾ ਹੈ। ਅਗਰ ਮੈਂ ਨਹੀਂ ਜਾਊਂਗੀ ਤਾਂ ਮੈਂ ਮਰ ਜਾਊਂਗੀ। ਜਦ ਨੱਕ ਤੱਕ ਪਾਣੀ ਆ ਜਾਏ ਤੇ ਫਿਰ ਮੈਨੂੰ ਉੱਪਰ ਆਪਣੀ ਦੌਣ ਚੁੱਕਣੀ ਪਏਗੀ, ਨਹੀਂ ਚੁੱਕਣੀ ਪਏਗੀ ਤੇ ਮੈਂ ਮਰ ਜਾਵਾਂਗੀ। ਹੁਣ ਮੈਂ ਅਗਰ ਨਹੀਂ ਮਰਨਾ ਤੇ ਮੈਨੂੰ ਜੀਣਾ ਹੈ ਤੇ ਕੁਛ ਨਾ ਕੁਛ ਤੇ ਕਰਨਾ ਹੀ ਪਏਗਾ। ਇਹ ਬੱਚੇ ਲਈ ਲੜਾਈ, ਪੂਰੀ ਲੜਾਈ ਜਿਹੜੀ ਹੈ ਉਹ ਲੜੀ ਜਾ। ਅਸੀਂ ਕੌਣ ਹੁੰਨੇ ਲੜਾਈ ਕਰਨ ਵਾਲੇ? ਅਸੀਂ ਬੱਚੇ ਨੂੰ ਲੈ ਕੇ ਅਪੀਲ ਕਰਾਂਗੇ ਕਿ ਪਲੀਜ਼ ਇਸ ਬਾਰੇ ਸੋਚਿਆ ਜਾਏ।
दिमाग च लाया जाए, हमारा बच्चा हमें दे। हमारा बच्चा लीगल तरीके से पूरे डॉक्यूमेंट्स के साथ सब कुछ के साथ हमें समझाया जाए, हमसे ये करवाया जाए, हम वो सब करने को तैयार हैं। प्रोसेस जड़ा पूरा करने प्रोसेस- तैयार हो हाँ बिल्कुल 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 उस तरीके से हमारा बच्चा हमें दिया जाए। ठीक जे है ना? नहीं तो फिर तो बैठे ही ने सारे, फिर तो रब रब राखा है। ठीक है ना, एक जान है, रब ले लवे या बंदा ले लवे। ठीक है ना। अच्छा जी, जय साईं राम। ਤੁਹਾਡਾ ਵੀ ਇੱਕ ਇਸ ਤਰ੍ਹਾਂ ਦਾ ਹੀ ਮਸਲਾ ਸੀਗਾ हाँ जी मेरा भी यही मसला सीगा कि ਜਿਹੜੀ 8 ਜੂਨ ਨੂੰ ਜਿਹੜੀ ਇਹ ਕਾਰਵਾਈ ਹੋਈ ਤੁਹਾਡੀ ਇਹ अ- 8 जून ਨੂੰ ਇਹਨਾਂ ਦੀ ਹੋਈ ਹੈਗੀ, ਮੇਰੀ ਤਾਂ ਹੋਈ ਸੀਗੀ 4 यानी 20 फरवरी की गल है मेरी, 20 फरवरी की। मेरे घर तो एटो टाइम ही ऐसे लगा कि किसी ने बड़े लोगों ने आके छापा मारा है, ना कोई मेरे को खबर थी, ना कोई मुझे पता था कि ऐसा कुछ होने वाला है। गुड़िया का फंक्शन करा मैंने अच्छे, कितने साल की गुड़िया गुड़िया मैंने एक दिन की क्या, मुझे आधे घंटे की भी नहीं हुई थी जब वो गोद मेरे को दे दी गई थी, जामते ही सार में। और नाल मेरे घर में उतरी है उसकी 7वें दिन, और मैं जामते ही उसको लेके आ गई थी। क्यों वो डाल देते, रेल की पटरी पे डालते या कहीं कूड़ेदार में डालते या किसी के ਤੁਸੀਂ ਕਹਿ ਰਹੇ ਹੋ ਕਿ ਉਹ ਵੀ ਸਮਰਥ ਨਹੀਂ ਸੀਗੇ ਪਾਲਣ ਵਾਸਤੇ पालन वास्ते बिल्कुल समर्थ नहीं। उनके पास में 3 गुड़ियाँ पहले से ही है, और लड़का करके उन्होंने बच्चा वो पैदा किया था, और वो बिल्कुल गरीब घर से थे। तो वो बच्चा मैंने अपने बोले, रात को फ़ोन आया 12 बजे 12:30 बजे, मैं कहा मैं ले लूँगी, कोई बात नहीं है, बच्ची को मैं ले लूँगी। मैंने गोद ले लिया, तो उनके माँ बाप से लिखवा के भी लिया था, परंतु ये नहीं था कि कानून से भी अलग और भी कोई लिखत होती है, उस चीज़ का मुझे उस टाइम पे नहीं पता था। अगर नहीं पता था तो इनका फ़र्ज़ ये बनता था, चलो गुड़िया हमने जैसे गोद ली है भी, आके तुमने कैसे लिए कैसे नहीं है उसके ऊपर में कुछ हमारे को समझाते, या किसी बंदे को भेज के हमारे से पूछा जाता। उससे पहले ही हमारे को ऊपर आके दबाव डाल दिया, गुड़िया कहाँ है। गुड़िया मैंने एक जगह अलग से रिश्तेदारी में रखी थी, उसके बच्चा हुआ था, वो अपने दूध पिलाती थी, या फिर मैं गाय का दूध देती थी अपने घर से, वो पाल पोषण करती थी। चलो ठीक है, एक माँ तो नहीं बना जाता, लेकिन माँ से बच के ही अपना काम करते हो। तो उन्होंने तो ऐसे करा कि हाँ हमारे को गुड़ियाँ दिखाओ, मैंने दिखाई गुड़ियाँ, बोले हम ले जाएं। मैं कहा ऐसे कह लूँ तुम्हें दूंगी, मैं तुम्हें देने की बजाय तो मैं खा के लेके माँ बाप को दूंगी, पर तुम्हें नहीं दूंगी मैं। हैं इसे होते हवाते तो वो गुड़िया के दूसरे दिन फिर मेरे घर में आए, और उनके माँ बाप का पता लेके गए। पता लेके उनके माँ बाप को टॉर्चर करना शुरू करा, अगर तुम गुड़िया को लेके नहीं आएंगे, गुड़िया को हम उठा के ले जाएंगे, तुम लोगों को 7 साल के लिए जेल में डालेंगे। उनके माँ बाप ਕੀ बिल्कुल ਤੁਹਾਨੂੰ ਕੀ ਕਾਰਨ ਲੱਗ ਰਿਹਾ ਹੁਣ ਇਹ ਕਾਰਵਾਈ ਜਿਹੜੀ ਹੋਈ ਕੀ ਕਾਰਨ ਤੁਹਾਨੂੰ ਲੱਗ ਰਿਹਾ ਕਿਉਂਕਿ ਬੱਚੇ ਦੇ ਮਾਪੇ ਸੀਗੇ ਉਹਨਾਂ ਨੇ ਤਾਂ ਬੱਚਾ ਦੇਤਾ ਫਿਰ ਕਿਉਂ ਇਹ ਟਾਈਮ ਥੋੜੇ ਦਿਨ ਬਾਅਦ ਜਾਂ ਕਿੰਨੇ ਕੁ ਦਿਨ ਬਾਅਦ हाँ, 2 महीने के बाद 2 महीने के बाद में आके उन्होंने हमारे को टॉर्चर किया। 2 दिन के पुलिस बाद वालों पुलिस वाले ने भी, और जो ये ज्योति बिंदा है जो ये कौन है जी यहाँ बच्चों के ऊपर में रेख रेख रखती है। अरे तो ऐसे जो गोद लिए बच्चे उन पे रेख रेख कर रही है। जो बच्चे सड़क पे हाथ कटवा के पाँव कटवा के भीख मांगते हैं, उनका कुछ करे ना, उसमें हम लोग भी शाबाशी देंगे, दुनिया भी शाबाशी देगी। उन गरीब बच्चों के बारे में सोचना जिन्होंने गोद ले लिया। हमारे तो बच्चों वालों की दुआ से, चलो हम तो बच्चे वालों की कमाइयाँ लेके आते हैं और उनके थ्रू अपने सब कुछ करते हैं, और उसके ऊपर में अपने पाल पोषण कर रहे हैं। तो इसमें कोई वो नहीं है। रही बात माँ बाप है, जो माँ बाप भी इतनी देख रेख नहीं कर सकते अपने बच्चे की, जितनी किन्नर देख रेख अपने बच्चे कर सकते हैं। ਤੁਸੀਂ ਨਰਵਾਣਾ ਦੀ ਗੱਲ ਕਰੋ ਜਿਹੜਾ ਕੁਝ ਹੋਇਆ ਹੁਣ ਤੁਸੀਂ ਕਿਸੇ ਨੂੰ ਮਿਲੇ ਹੋ ਉਸ ਤੋਂ ਬਾਅਦ मैं मिली थी अपने यहाँ पे राम निवास जो हमारे MLA साहब हैं, हम उनको भी मिले थे, आके बात भी हुई उनकी, पर्सनल पे भी बात हुई है और घर पे भी बात हुई हमारी। बोला कोई नहीं, मैं इसमें कुछ ना कुछ ऑप्शन उठाऊंगा, ऐसी बात नहीं है। उन्होंने बल्कि ज्योति बिंदा को बुलाया भी था अपने पास में, उनसे क्या बात ज्योति बिंदा की हुई है क्या नहीं, उस बात का हमने कोई वो नहीं समझा। चल भाई हम उसका भेद लें क्या हुआ क्या नहीं है, लेकिन हमारे साथ बहुत ही बुरा हुआ। हम तो ये बात कहेंगे हमारे साथ बहुत बुरा हुआ है। ਤੋ ਤੁਸੀਂ ਵੇਖਿਆ ਕਿ ਕਿਸ ਤਰ੍ਹਾਂ ਇੱਕ ਕਿੰਨਰ ਸਮਾਜ ਦੀ ਆਪਾਂ ਗੱਲ ਕਰੀ ਤਾਂ ਲਗਾਤਾਰ ਸਮਾਜ ਵੱਲੋਂ ਅਣਗੌਲਾ ਹੀ ਕੀਤਾ ਜਾਂਦਾ ਰਿਹਾ ਤੇ ਕਿਤੇ ਨਾ ਕਿਤੇ ਜਿਹੜਾ ਇਹਨਾਂ ਦਾ ਕਹਿਣਾ ਵੇਖਦੇ ਵੀ ਆ ਵੀ ਕਿਤੇ ਨਾ ਕਿਤੇ ਬਹੁਤ ਗਲਤ ਵੀ ਹੁੰਦਾ ਹੈ। ਪਰ ਅਕਸਰ ਇਹ ਦੇਖਣ ਵਾਲੀ ਗੱਲ ਹੁੰਦੀ ਕਿ ਜਦ ਕਿਸੇ ਬੱਚੇ ਦਾ ਜਨਮ ਹੁੰਦਾ ਜਾਂ ਵਿਆਹ ਹੁੰਦਾ ਤਾਂ ਇਹਨਾਂ ਨੂੰ ਆਸ਼ੀਰਵਾਦ ਦੇਣ ਲਈ ਵੀ ਬੁਲਾਇਆ ਜਾਂਦਾ ਹੈ। ਪਰ
ਹੁਣ ਜਿਹੜੀ ਇਹ ਘਟਨਾ 8 ਜੂਨ ਦੀ ਜਿਹੜੀ ਹੋਈ ਹੈ ਕਿ ਇੱਕ ਬੱਚੇ ਨੂੰ ਪਿੰਜੌਰ ਦੇ ਡੇਰੇ ਤੋਂ ਜਿਹੜਾ ਜਿਸ ਤਰ੍ਹਾਂ ਲਿਜਾਇਆ ਗਿਆ, ਉਸ ਨਾਲ ਕਿੰਨਰ ਸਮਾਜ ਦੇ ਵਿੱਚ ਖਾਸਾ ਰੋਸ਼ ਹੈ ਜਿਹੜਾ ਪਾਇਆ ਜਾ ਰਿਹਾ ਹੈ ਕਿ ਜਦੋਂ ਸਾਨੂੰ ਬੁਲਾਇਆ ਜਾਂਦਾ ਆਸ਼ੀਰਵਾਦ ਦੇਣ ਲਈ ਤਾਂ ਕਿਉਂ ਅਸੀਂ ਇੱਕ ਮਾਂ ਬਣ ਕੇ ਬੱਚੇ ਨੂੰ ਕਿਉਂ ਨਹੀਂ ਪਾਲ ਸਕਦੇ, ਕਿਉਂ ਨਹੀਂ ਉਹਨੂੰ ਇੱਕ ਅੱਛੀ ਅਸੀਂ ਸਿੱਖਿਆ ਦੇ ਸਕਦੇ। ਤਾਂ ਇਹ ਸਵਾਲ ਜਿਹੜੇ ਕੁਝ ਅੱਜ ਕਿੰਨਰ ਸਮਾਜ ਵੱਲੋਂ ਚੱਕੇ ਗਏ ਨੇ। ਦੂਜੇ ਪਾਸੇ ਇਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਸਾਡੀ ਸੁਣਵਾਈ ਨਹੀਂ ਹੁੰਦੀ ਤਾਂ ਅਸੀਂ ਹਾਈ ਕੋਰਟ ਜਾਵਾਂਗੇ, ਸੁਪਰੀਮ ਕੋਰਟ ਜਾਵਾਂਗੇ, ਇੱਥੇ ਤੱਕ ਜੇ ਸੰਘਰਸ਼ ਵੀ ਕਰਨਾ ਪਿਆ ਤਾਂ ਸੰਘਰਸ਼ ਵੀ ਅਸੀਂ ਕਰਾਂਗੇ। ਤੁਸੀਂ ਵੇਖਦੇ ਰਹੋ ਅਜੀਤ ਵੈਬ ਟੀਵੀ। ਮੈਂ ਹਾਂ ਤੁਹਾਡੇ ਨਾਲ ਲਲਿਤਾ ਜਾਮਵਾਲ। ਸੁਰਿੰਦਰ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।